एंड वेलकम। ਅੱਜ ਅਸੀਂ ਖਾਸ ਤੌਰ ਤੇ ਵੀਡੀਓ ਲੈ ਕੇ ਆਏ ਆ ਨਰਸਿਸ ਦੇ ਲਈ। ਸੋ ਚਾਹੇ ਤੁਸੀਂ ਜੀਐਨਐਮ ਕੀਤੀ ਹੈ, ਚਾਹੇ ਬੀਐਸਸੀ ਨਰਸਿੰਗ ਕੀਤੀ ਹੈ, ਸੋ ਇੱਕ ਖਾਸ ਮੌਕਾ ਨਿਊਜ਼ੀਲੈਂਡ ਨੂੰ ਲੈ ਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਉੱਥੇ ਸਟੱਡੀ ਕਰ ਸਕਦੇ ਹੋ, ਕੰਮ ਵੀ ਕਰ ਸਕਦੇ ਹੋ, ਉੱਥੇ ਰਹਿ ਵੀ ਸਕਦੇ, ਯਾਨੀ ਸਟੱਡੀ ਵਰਕ ਐਂਡ ਲਿਵ। ਸੋ ਇਹ ਸਾਰੀ ਡਿਟੇਲ ਕੌਣ ਅਪਲਾਈ ਕਰ ਸਕਦਾ ਹੈ, ਕੀ ਪ੍ਰੋਸੀਜਰ ਹੈ, ਫੀਸ ਨੂੰ ਲੈ ਕੇ ਵੀ ਦੱਸਾਂਗੇ, ਕੀ ਤੁਹਾਨੂੰ ਐਕਸਪੀਰੀਅੰਸ ਚਾਹੀਦਾ, ਕਿਸ ਤਰ੍ਹਾਂ ਦੇ ਡਾਕੂਮੈਂਟਸ ਚਾਹੀਦੇ ਨੇ, ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ ਦੇ ਜ਼ਰੀਏ ਸ਼ੇਅਰ ਕਰਨ ਜਾ ਰਹੇ ਨੇ ਕਨੈਕਟ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਨਿਰਮਲ ਚਾਵਲਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜਦੋਂ ਗੱਲ ਸਰ ਨਰਸਿੰਗ ਦੀ ਆਉਂਦੀ ਹੈ, ਸੋ ਕੁਐਸਚਨਸ ਬਹੁਤ ਜ਼ਿਆਦਾ ਹੁੰਦੇ ਨੇ, ਹਾਲਾਂਕਿ ਆਪਸ਼ਨਸ ਬਹੁਤ ਸਾਰੀਆਂ ਹੁੰਦੀਆਂ, ਲੇਕਿਨ ਪਤਾ ਸਭ ਨੂੰ ਨਹੀਂ ਹੁੰਦਾ, ਪੂਰੀ ਇਨਫੋਰਮੇਸ਼ਨ ਨਹੀਂ ਹੁੰਦੀ ਹੈ। ਸੋ ਅੱਜ ਆਪਾਂ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਹਾਂ, ਨਰਸਿੰਗ ਦੀ ਗੱਲ ਕਰ ਰਹੇ ਹਾਂ, ਤਾਂ ਮੈਂ ਜ਼ਰੂਰ ਚਾਹੂੰਗੀ ਜਿਨ੍ਹਾਂ ਨੇ ਜੀਐਨਐਮ ਕੀਤੀ ਹੈ, ਬੀਐਸਸੀ ਨਰਸਿੰਗ ਕੀਤੀ ਹੈ, ਉਹਨਾਂ ਨੂੰ ਫੁੱਲ ਡਿਟੇਲ 'ਚ ਆਪਾਂ ਅੱਜ ਦੱਸੀਏ ਕਿ ਉਹ ਕਿਵੇਂ ਅਪਲਾਈ ਕਰ ਸਕਦਾ ਹੈ। ਸਭ ਤੋਂ ਵੱਡੀ ਗੱਲ, ਕੌਣ ਅਪਲਾਈ ਕਰ ਸਕਦਾ ਹੈ। ਰਾਈਟ ਜੀ। ਦਰਸ਼ਕਾਂ ਨੂੰ ਪਹਿਲੇ ਮੈਂ ਦੱਸਣਾ ਚਾਹੂੰਗਾ ਜਿਨ੍ਹਾਂ ਨੇ ਬੀਐਸਸੀ ਨਰਸਿੰਗ ਜਾਂ ਜੀਐਨਐਮ ਕੀਤਾ ਜੀ, ਜੇ ਤੇ ਉਹ 7 ਬੈਂਡ ਇਨ ਈਚ ਮੋਡਿਊਲ ਲੈ ਲੈਂਦੇ ਹੈਗੇ, ਸੋ ਦੇ ਕੈਨ ਗੈਟ ਰਜਿਸਟਰਡ ਐਜ਼ ਅ ਨਰਸ ਇਨ ਨਿਊਜ਼ੀਲੈਂਡ, ਇਨ ਆਸਟ੍ਰੇਲੀਆ, ਈਵਨ ਇਨ ਯੂਕੇ ਜੀ। ਤੇ ਰਜਿਸਟ੍ਰੇਸ਼ਨ ਆਪਣੀ ਐਜ਼ ਅ ਨਰਸ ਕਰਾ ਕੇ ਤੇ ਆਪਣੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਪ੍ਰੋਸੀਡ ਹੋ ਜਾਂਦੀ ਹੈ। ਬਟ ਇਨ ਦਿਸ ਸਪੈਸ਼ਲ ਪ੍ਰੋਗਰਾਮ ਮੈਂ ਨਰਸਿਸ ਨੂੰ ਦੱਸਣਾ ਚਾਹ ਰਿਹਾ, ਜਿਹੜੇ ਨਰਸਿਸ 7 ਬੈਂਡ ਈਚ ਮੋਡਿਊਲ ਨਹੀਂ ਲੈ ਪਾਉਂਦੇ, ਦੇ ਓਵਰਆਲ 6 ਬੈਂਡ ਔਰ 6.5 ਬੈਂਡ, ਮਿਨੀਮਮ 5.5 ਬੈਂਡ ਹੈ, ਉਹਨਾਂ ਵਾਸਤੇ ਅਸੀਂ ਕਾਫੀ ਐਕਸਪਲੋਰ ਕਰਕੇ ਅਸੀਂ ਉਹਨਾਂ ਲਈ ਪ੍ਰੋਡਕਟਸ ਲੈ ਕੇ ਆ ਰਹੇ ਹਾਂ। ਸੋ ਅੱਜ ਦਾ ਜਿਹੜਾ ਅਸੀਂ ਪ੍ਰੋਡਕਟ ਹੈਗਾ ਵੈਰੀ ਲੇਟਲੀ ਟਾਈਪ ਕੀਤਾ ਹੈਗਾ ਨਿਊਜ਼ੀਲੈਂਡ ਕਾਲਜ ਦੇ ਵਿੱਚ, ਜਿਸ ਦਾ ਨਾਮ ਨਿਊਜ਼ੀਲੈਂਡ ਸਕਿੱਲਸ ਐਂਡ ਐਜੂਕੇਸ਼ਨ ਗਰੁੱਪ ਦਾ ਕਾਲਜ ਹੈਗਾ ਜੀ। ਨਾਓ ਇਹ ਕਾਲਜ ਇੱਕ ਬੜਾ ਸੋਹਣਾ ਪ੍ਰੋਗਰਾਮ ਰਨ ਕਰ ਰਿਹਾ। ਨਾਓ ਦੈਟ ਪ੍ਰੋਗਰਾਮ ਇਜ਼ ਡਿਪਲੋਮਾ ਇਨ ਹੈਲਥ ਐਂਡ ਵੈਲਬੀਂਗ ਸਰਵਿਸਿਜ਼, ਵਿਚ ਇਜ਼ ਅ ਲੈਵਲ 7 ਪ੍ਰੋਗਰਾਮ। ਸੋ ਇਹ ਲੈਵਲ 7 ਪ੍ਰੋਗਰਾਮ ਜਿਹੜਾ ਹੈਗਾ, ਇਹ ਨਰਸਿਸ ਅਗਰ ਜੁਆਇਨ ਕਰਦੀਆਂ, ਦੇ ਆਰ ਡਿਊਰਿੰਗ ਦੀ ਕੋਰਸ ਇਹਨਾਂ ਨੂੰ 160 ਆਵਰਸ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ, 160 ਆਵਰਸ ਦੀ। ਸੋ ਜਿਹੜੀ 160 ਆਵਰਸ ਦੀ ਟ੍ਰੇਨਿੰਗ ਹੈਗਾ, ਕਾਲਜ ਵਾਲੇ ਇਹਨਾਂ ਨੂੰ ਏਜ ਕੇਅਰ ਅਸਿਸਟੈਂਟ, ਪਰਸਨਲ ਵਰਕਰਸ ਦੇ ਤੌਰ ਤੇ ਇਹਨਾਂ ਦੀ ਟ੍ਰੇਨਿੰਗ ਕਰਾਉਂਦਾ ਹੈ, ਜਿਸ ਦੇ ਬੇਸ ਤੇ ਦੇ ਬਿਕਮ ਐਲੀਜੀਬਲ to apply for work permit on completion of their courses. So ਅਸੀਂ ਇੱਥੋਂ ਜਿਹੜਾ ਭੇਜ ਰਹੇ ਹੈਗੇ ਸਟੱਡੀ ਦੇ ਅੰਦਰ ਭੇਜ ਰਹੇ ਹਾਂ। ਦੈਟ ਸਟੱਡੀ ਜਿਹੜਾ ਕੋਰਸ ਹੈਗਾ ਇਜ਼ ਆਫ 1 year। ਜੀ ਬਿਲਕੁਲ। ਸੋ ਆਪਾਂ ਤੁਹਾਨੂੰ ਸਾਰੇ ਡਿਟੇਲਸ ਸ਼ੇਅਰ ਕਰ ਹੀ ਰਹੇ ਹਾਂ, ਪਰ ਫਿਰ ਵੀ ਤੁਹਾਡਾ ਵੀ ਆਪਣਾ ਕੋਈ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਅਸੀਂ ਨੰਬਰ ਡਿਸਪਲੇ ਕੀਤਾ ਹੋਇਆ ਇਸ ਦੇ ਉੱਪਰ ਜ਼ਰੂਰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਹਮੇਸ਼ਾ ਪਹਿਲਾਂ ਵੀ ਸਾਡੇ ਕੋਲ ਨਰਸਿਸ ਦੇ ਬਹੁਤ ਸਾਰੇ ਸਵਾਲ ਰਹਿੰਦੇ ਨੇ ਕਿ ਕੀ ਸਾਡੇ ਲਈ ਕੋਈ ਵਧੀਆ ਪ੍ਰੋਗਰਾਮ ਹੈਗੇ ਨੇ। ਸੋ ਸਰ ਨੇ ਜਿਵੇਂ ਦੱਸਿਆ ਕਿ ਬਹੁਤ ਰਿਸਰਚ ਕੀਤੀ ਜਾਂਦੀ ਇਹਨਾਂ ਦੀ ਟੀਮ ਵੱਲੋਂ, ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਪ੍ਰੋਗਰਾਮਸ ਲੈ ਕੇ ਆਉਂਦੇ ਆ ਤਾਂ ਕਿ ਵੱਧ ਤੋਂ ਵੱਧ ਜੋ ਹੈ ਸਭ ਅਵੇਅਰ ਹੋ ਸਕਣ ਤੇ ਟਾਈਮਲੀ ਜੋ ਹੈ ਅਪਲਾਈ ਜ਼ਰੂਰ ਕਰ ਸਕਣ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਨਰਸਿੰਗ ਪ੍ਰੋਗਰਾਮ ਇਨ ਨਿਊਜ਼ੀਲੈਂਡ ਦੀ। ਹਾਲਾਂਕਿ ਆਪਾਂ ਆਸਟ੍ਰੇਲੀਆ ਦੀ ਵੀ ਗੱਲ ਕਰਾਂਗੇ। ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਸੀਗੀ ਜਿਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਦਿੱਤੀ ਸੀ, ਤੁਸੀਂ ਨਰਸਿੰਗ ਕੀਤੀ ਹੋਈ ਹੈ ਤਾਂ ਆਸਟ੍ਰੇਲੀਆ ਵਿੱਚ ਕਿਵੇਂ ਸੈਟਲ ਹੋ ਸਕਦੇ ਹੋ। ਸੋ ਉਸ ਦੇ ਬਾਰੇ ਵੀ ਅਖੀਰ ਵਿੱਚ ਇੱਕ ਵਾਰ ਫਿਰ ਅਸੀਂ ਗੱਲ ਜ਼ਰੂਰ ਕਰਾਂਗੇ ਹੀ। ਸੋ ਸਰ ਤੁਸੀਂ ਕਿਹਾ ਲੈਵਲ 7 ਪ੍ਰੋਗਰਾਮ ਇਹ ਹੈ, ਤੇ ਕੀ ਰਿਕੁਆਇਰਮੈਂਟਸ ਰਹਿੰਦੀਆਂ ਨੇ ਅਪਲਾਈ ਕਰਨ ਲਈ? ਕੁਝ ਕਿਸੇ ਖਾਸ ਤਰ੍ਹਾਂ ਦਾ ਐਕਸਪੀਰੀਅੰਸ ਵੀ ਚਾਹੀਦਾ ਹੈ ਕਿਆ? हाँ जी, जिन्होंने जीएनएम की थी और बीएससी नर्सिंग की थी एलिजिबल हैं जी। अगर आफ्टर द कोर्स अगर उन्होंने वर्क कर रहे हैं कि वर्किंग दिखा सकते हैं। एंड इन न्यूजीलैंड जब आप स्टूडेंट वीज़ा अप्लाई करते हैं, ईवन टिल द एज ऑफ 30 to 35 तक स्टूडेंट वीज़ा अप्लाई हो जाता है। सो देयर इज़ नो इशू। बट असी प्रेफर करांगे ਜਿਹੜੀ ਨਰਸਿਸ ਅਨਮੈਰਿਡ ਹੈ, ਕਿਉਂਕਿ ਲੈਵਲ 7 ਦਾ ਪ੍ਰੋਗਰਾਮ ਹੈਗਾ, ਇਹਦੇ ਵਿੱਚ ਸਪਾਊਸਿਸ ਨੂੰ ਥੋੜੀ ਡਿਫਿਕਲਟੀ ਆਏਗੀ। ਸੋ ਟੈਕਨੀਕਲੀ ਅਗਰ ਅਨਮੈਰਿਡ ਹੈਗੇ ਔਰ ਯੰਗ ਹੈ ਨਰਸਿਸ ਜਿਹਨਾਂ ਕੋਲ 1-2 ਸਾਲ ਦਾ ਐਕਸਪੀਰੀਅੰਸ ਹੈ, ਵਿਲ ਪ੍ਰੈਫਰ them ਜ਼ਿਆਦਾ। ਓਕੇ ਜੀ ਬਿਲਕੁਲ। ਤੇ ਮੈਂ ਇੱਥੇ ਥੋੜਾ ਫੰਡਸ ਬਾਰੇ ਵੀ ਜ਼ਰੂਰ ਜਾਣਨਾ ਚਾਹੂੰਗੀ, ਕਿਉਂਕਿ ਆਪਾਂ ਦੇਖੋ ਬਹੁਤ ਅੱਛੀ ਆਪਸ਼ਨ ਦੀ ਜਦੋਂ ਗੱਲ ਕਰਦੇ ਹਾਂ ਕਿ ਤੁਸੀਂ ਪੜ੍ਹ ਵੀ ਸਕਦੇ ਹੋ, ਉੱਥੇ ਕੰਮ ਵੀ ਕਰ ਸਕਦੇ ਹੋ ਤੇ ਉੱਥੇ ਰਹਿ ਵੀ ਸਕਦੇ ਹੋ ਨਾ, ਸਟੱਡੀ ਵਰਕ ਐਂਡ ਲਿਵ। ਤਾਂ ਫਿਰ ਫੰਡਸ ਨੂੰ ਲੈ ਕੇ, ਖਰਚੇ ਨੂੰ ਲੈ ਕੇ ਵੀ ਜ਼ਰੂਰ ਦੱਸਿਆ ਜਾਏ ਤਾਂ ਕਿ ਸਾਰੇ ਖੁਦ ਪ੍ਰਿਪੇਅਰ ਕਰ ਸਕਣ ਆਪਣਾ ਮਾਈਂਡ ਵੀ, ਔਰ ਉਸ ਤਰੀਕੇ ਨਾਲ ਸਾਰਾ ਖਰਚਾ ਵੀ ਆਪਣਾ ਰੈਡੀ ਕਰਨ। ਜਿਹੜਾ ਇਹ ਪ੍ਰੋਗਰਾਮ ਹੈ, ਦਿਸ ਪ੍ਰੋਗਰਾਮ ਦਿਸ ਇਜ਼, ਇਹਦੀ ਜਿਹੜੀ ਕਾਸਟ ਹੈਗੀ $19,500 ਟਿਊਸ਼ਨ ਫੀਸ ਇਨ ਨਿਊਜ਼ੀਲੈਂਡ ਡਾਲਰਸ। ਐਂਡ ਜਿਹੜਾ ਲਿਵਿੰਗ ਕਾਸਟ ਅਸੀਂ ਕੈਲਕੂਲੇਟ ਕਰਦੇ ਹਾਂ ਇਸ ਦੇ ਨਾਲ ਹੁੰਦਾ $20,000। ਸੋ ਰਫਲੀ ਤੁਸੀਂ ਲਾਓ $39,500 ਇਹਨਾਂ ਨੇ ਇੰਡੀਅਨ ਕਰੰਸੀਜ਼ ਦਿਖਾਣਾ ਹੈ। ਸੋ ਰਫਲੀ ਅਬਾਊਟ 20 lakhs ਦੇ ਕਰੀਬ ਸ਼ੋ ਮਨੀ ਬਣ ਜਾਏਗਾ। ਐਂਡ ਇਸ ਸ਼ੋ ਮਨੀ ਦਿਖਾ ਕੇ ਵਿਚ ਕੈਨ ਬੀ 3 months old, ਔਰ ਦੀ ਸਟੂਡੈਂਟਸ ਕੈਨ ਈਵਨ ਅਵੇਲ ਅ education loan। now already ਜਿਹੜੇ ਕਾਲਜ ਵਾਲਿਆਂ ਨੇ 50 ਐਪਲੀਕੈਂਟਸ ਲੈ ਕੇ ਗਏ ਜਿਹੜੇ ਕਿ ਆਲਰੇਡੀ ਕਨਵਰਟਡ ਹੈ ਇਨਟੂ ਵਰਕ ਪਰਮਿਟਸ। ਸੋ ਵਰਕ ਪਰਮਿਟ ਦੇ ਵਿੱਚ ਵੇਰੀਅਸ
ਕੈਟਾਗਰੀਜ਼ ਆ ਜਾਂਦੀ ਹੈਗੀਆਂ, ਜਿਸ ਤਰ੍ਹਾਂ ਕੋਈ ਹੈਲਥ ਕੇਅਰ ਅਸਿਸਟੈਂਟ ਬਣ ਜਾਂਦਾ ਹੈ, ਕੋਈ ਡਿਸੇਬਿਲਿਟੀ ਆਫਿਸਰ ਬਣ ਜਾਂਦਾ ਹੈ, ਕੋਈ ਕੇਅਰ ਆਫਿਸਰ ਬਣ ਜਾਂਦਾ ਹੈ, ਕੋਈ ਨਰਸਿੰਗ ਸਪੋਰਟ ਆਫਿਸਰ ਬਣਦਾ ਹੈ, ਐਂਡ ਕੋਈ ਕੇਅਰ ਅਸਿਸਟੈਂਟ ਬਣ ਜਾਂਦਾ ਹੈ। ਬਟ ਮੈਂ ਇੱਥੇ ਸਪੈਸੀਫਾਈ ਕਰਨਾ ਚਾਹੂੰਗਾ ਅਗੇਨ, so that there is no confusion. To get registered as a nurse, they need 7 in each module. So they are not working as a nurse, but they are working as a personal support worker in New Zealand. ਜਿਹਦੇ ਵਿੱਚ ਇਹਨਾਂ ਦੀ duties could be looking after old age care, looking after disability people, and something to do with community officer level. ਉਸ community ਦੇ ਅੰਦਰ ਕੰਮ ਕਰਨਾ ਪੈਂਦਾ ਹੈ। And ਇਹਨਾਂ ਦਾ ਜਿਹੜਾ minimum wage rate ਹੈ is about $28 per, I think per 75 cents ਦੇ ਕਰੀਬ minimum wage rate ਹੈ। And अगर मैं continue further करा, the best part about doing this course is because ਇਹਨਾਂ ਦਾ New Zealand immigration ਨੇ ਪਿੱਛੇ sector agreements ਕੱਢੇ ਆ। This course falls under sector agreement, ਜਿਸ ਦੇ ਵਿੱਚ 2 years ਦਾ work permit conversion allowed ਹੈ। So ਅਗਰ ਮੇਰੇ ਕੋਲ ਕੋਈ student ਆਣਾ ਚਾਹੁੰਦਾ ਹੈਗਾ, we can share the facts, we can show them the sector agreements। ਇਹ ਸਾਰੇ ਲਿੰਕਸ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਵੈਬਸਾਈਟ ਤੇ ਵੀ ਅਵੇਲੇਬਲ ਹੈ। ਓਕੇ ਸਰ, ਜਿਵੇਂ ਆਪਾਂ ਗੱਲ ਹੁਣੇ ਕੀਤੀ ਕਿ ਹੈਲਥ ਸੈਕਟਰ ਦੀ ਅਲੱਗ-ਅਲੱਗ ਕੈਟਾਗਰੀਜ਼ ਵਿੱਚ ਜੋ ਹੈ ਬਹੁਤ ਸਾਰੀ ਕੈਟਾਗਰੀਜ਼ ਨੇ ਜਿਸ ਦੇ ਵਿੱਚ ਕਰ ਸਕਦੇ ਆ। ਸੋ ਇਹ ਕਿਵੇਂ ਚੂਜ਼ ਕਰਨਾ ਹੈ? ਕਿਸੇ ਸਟੂਡੈਂਟ ਨੇ ਖੁਦ ਉਸਦੀ ਆਪਣੀ ਪ੍ਰੈਫਰੈਂਸ ਰਹੇਗੀ ਜਾਂ ਫਿਰ ਦੱਸਿਆ ਜਾਂਦਾ ਉਧਰੋਂ ਕਿ ਤੁਸੀਂ ਇਸ ਕੈਟਾਗਰੀ 'ਚ ਫਾਲ ਕਰਦੇ ਹੋ ਤਾਂ ਇੱਥੇ ਅਪਲਾਈ ਕਰੋ? ਟੈਕਨੀਕਲੀ ਤਾਂ ਜੀ ਉਹਨਾਂ ਨੇ ਜਿਹੜੀ ਕੈਟਾਗਰੀ ਹੈ ਉਹ ਜਿਹੜੀ ਆਕੂਪੇਸ਼ਨਸ ਹੈ ਅਲੱਗ-ਅਲੱਗ ਹੈਗੀਆਂ, ਬਟ ਇਟਸ ਆਲ ਰਿਲੇਟਡ ਟੂ ਹੈਲਥ ਬੀਇੰਗ। ਸੋ ਜੋ ਸੈਕਟਰ ਐਗਰੀਮੈਂਟ ਹੈ ਉਹ ਹੈਲਥ ਕੇਅਰ ਦੇ ਅੰਦਰ ਐਗਰੀਮੈਂਟ ਹੈਗਾ। ਬਿਲਕੁਲ। ਸੋ ਜ਼ਰੂਰ ਕਹਿਣਾ ਚਾਹਾਂਗੀ ਜਿੰਨੇ ਵੀ ਦਰਸ਼ਕ ਆਡੀਅנס ਸਾਡੇ ਨਾਲ ਜੁੜੀ ਹੋਈ ਹੈ ਕਿ ਤੁਸੀਂ ਵੀ ਤੁਹਾਡੇ ਮਨ 'ਚ ਅਗਰ ਕੋਈ ਸਵਾਲ ਹੈ, ਤੁਸੀਂ GNM ਕੀਤੀ ਹੋਈ ਹੈ, BSc ਨਰਸਿੰਗ ਕੀਤੀ ਹੋਈ ਹੈ, ਆਪਾਂ ਖਾਸ ਤੌਰ 'ਤੇ ਅੱਜ ਨਿਊਜ਼ੀਲੈਂਡ ਦੀ ਜਿਵੇਂ ਫਿਲਹਾਲ ਗੱਲ ਕਰ ਰਹੇ ਹਾਂ, ਸੋ ਤੁਸੀਂ ਜ਼ਰੂਰ ਸਕਰੀਨ 'ਤੇ ਜਿਹੜਾ ਨੰਬਰ ਡਿਸਪਲੇ ਕੀਤਾ ਇਸ ਉੱਪਰ ਕਾਲ ਕਰ ਸਕਦੇ ਹੋ ਔਰ ਟਾਈਮਲੀ ਜੋ ਹੈ ਅਪਲਾਈ ਕਰ ਸਕਦੇ ਹੋ। ਸੋ ਰਾਈਟ ਟਾਈਮ ਕੀ ਮੰਨਦੇ ਆ ਸਰ, ਕਦੋਂ ਅਪਲਾਈ ਕੀਤਾ ਜਾ ਸਕਦਾ ਹੈ? ਪ੍ਰੋਸੀਜਰ ਨੂੰ ਥੋੜਾ ਅਗਰ ਸਮਝਣਾ ਚਾਹੀਏ ਸਟੈਪ ਬਾय ਸਟੈਪ, ਸਟਾਰਟਿੰਗ ਤੋਂ ਲੈ ਕੇ ਪੂਰਾ ਪ੍ਰੋਸੈਸ ਕੰਪਲੀਟ ਹੋਣ ਤੱਕ। ਲੁੱਕ, ਮੇਰਾ ਮੰਨਣਾ ਹੈਗਾ ਕਿ ਦੈਟ ਇਹਨਾਂ ਦਾ ਜਿਹੜੇ ਕਮਿੰਗ ਨੈਕਸਟ ਮੰਥ ਦਾ ਵੀ ਇਨਟੇਕ ਹੈਗਾ। ਸੋ ਅਗਰ ਕੋਈ ਅੱਜ ਮੇਰੇ ਨਾਲ ਸਟਾਰਟ ਕਰਨਾ ਚਾਹੁੰਦਾ ਤਾਂ ਵੀ ਵਿਲ ਸਟਾਰਟ देयर इनटेक फ्रॉम जुलाई 2023 ਤੋਂ ਅਸੀਂ ਸਟਾਰਟ ਕਰਾਂਗੇ। ਸੋ ਦੈਟ ਵੀ ਨੀਡ ਟਾਈਮ। ਪਹਿਲੇ ਐਡਮਿਸ਼ਨ ਆਣੀ, ਐਡਮਿਸ਼ਨ ਤੋਂ ਬਾਅਦ ਇਹਨਾਂ ਦਾ ਫੰਡ ਸ਼ੋ ਕਰਨੇ ਹੈ, ਦੈਨ ਨਿਊਜ਼ੀਲੈਂਡ ਹਾਈ ਕਮਿਸ਼ਨ ਦੇ ਵਿੱਚ ਅਪਲਾਈ ਕਰਨਾ ਹੈਗਾ। ਸੋ ਅਪਰੂਵਲ ਇਨ ਪ੍ਰਿੰਸੀਪਲ ਲੈਣ ਲਈ। ਸੋ then of course they can be interviewed also. The high commission can interview also. So we have a special team ਜਿਹੜੀ ਕਿ ਇਹਨਾਂ ਦੀ ਇੰਟਰਵਿਊ ਪ੍ਰੈਪਰੇਸ਼ਨ ਵੀ ਕਰਾਏਗੀ, so that student ਨੂੰ ਅਗਰ ਐਮਬੈਸੀ ਤੋਂ ਇੰਟਰਵਿਊ ਆਉਂਦਾ ਹੈਗਾ so they can attend the interview. And then of course ਜਿਹੜੀ ਫੰਡਿੰਗ ਦੀ ਪਾਰਟ ਹੈਗਾ, ਇੱਕ ਅਕਾਊਂਟ 'ਚ ਫੰਡ ਦਿਖਾਣੇ। ਲੈਟਸ ਸਪੋਜ਼ ਕਿਸੇ ਕੋਲ ਅਗਰ 20 ਲੱਖ ਡਿਫਰੈਂਟ ਅਕਾਊਂਟਸ ਹੈ, ਪੈਰੈਂਟਸ ਦੇ ਡਿਫਰੈਂਟ ਅਕਾਊਂਟ, ਮਦਰ ਕੋਲ ਅਲੱਗ ਹੈ ਤੇ ਫਾਦਰ ਕੋਲ ਅਲੱਗ ਹੈ। ਸੋ ਅਸੀਂ ਇੱਕ ਅਕਾਊਂਟ 'ਚ ਟ੍ਰਾਂਸਫਰ ਕਰਨੇ ਔਰ ਉਸਦਾ ਸੋਰਸ ਦਿਖਾ ਕੇ ਵੀ ਕੈਨ ਅਪਲਾਈ ਫॉर ਦੀ ਵੀਜ਼ਾ। ਜਿਹਨਾਂ ਕੋਲ ਫੰਡਸ ਨਹੀਂ ਹੈ, they can take education loans. I mean today ICICI Bank is giving education loans and we are authorized by them. State Bank of India ਨਾਲ ਵੀ we are also authorized. So ਕਿਸੇ ਨੂੰ ਸਟੂਡੈਂਟ ਨੂੰ ਕੋਈ ਦਿੱਕਤ ਆਉਂਦੀ ਹੈ, we can refer them to ICICI Bank and State Bank of India for education loans. Education loan ਲਓ, ਆਪਣੇ funds ਦਿਖਾਓ and apply for a visa. And once the visas are granted, they can make the payment of the tuition and fly and join this particular course. And this sector agreement is for another 2 years. So students know बहुत अच्छा opportunity है जो nurses know. It's a very very good opportunity ਜਿਹੜੀ ਕਿ ਅੱਜ ਦੀ ਡੇਟ 'ਚ ਅਵੇਲੇਬਲ ਹੈ, ਬਿਕੋਜ਼ ਆਫਟਰ ਕਰੋਨਾ ਹੈਲਥ ਕੇਅਰ ਦੀ ਜਿਹੜੀ ਸ਼ਾਰਟੇਜ ਹੈ, ਇਟ ਇਜ਼ ਦੀ ਸ਼ਾਰਟੇਜ ਨਾਟ ਓਨਲੀ ਇਨ ਆਸਟ੍ਰੇਲੀਆ, ਇਟ ਇਜ਼ ਇਨ ਨਿਊਜ਼ੀਲੈਂਡ। I have spoken to a couple of people in UK also. Utthe there is abundance of shortage for for nurses and for healthcare officers. So ਅਸੀਂ ਉੱਥੇ ਵੀ explore ਕਰ ਰਹੇ ਹਾਂ so that ਇੱਕ genuine system nurses ਵਾਸਤੇ ਲੈ ਕੇ ਆਏ ਹਾਂ. So they can also go and study, they can also go and work in UK as well. And honestly ਜਿਨ੍ਹਾਂ ਨੇ OET ਕੀਤਾ 7 band each ਲਿੱਤੇ हैं, if they want our assistance for permanent residencies in Australia, we have lawyers on board. We can even help them. ਜਿਨ੍ਹਾਂ ਦੇ 7 band each ਆ ਜਾਂਦੇ ਹੈਗੇ, we can help them in getting into Australia on a permanent residency basis. ਜੀ ਬਿਲਕੁਲ। ਤੇ ਇੱਥੇ ਇੱਕ ਕਲੈਰਿਟੀ ਹੋਰ ਚਾਹੂੰਗੀ ਸਰ ਕਿ ਜਿਨ੍ਹਾਂ ਨੇ GNM ਕੀਤੀ ਹੈ, BSc ਨਰਸਿੰਗ ਕੀਤੀ ਹੈ, ਕਈ ਵਾਰੀ ਹੁੰਦਾ ਕਿ ਆਪਣੀ ਸਟੱਡੀ ਕਰਨ ਤੋਂ ਬਾਅਦ ਜਾਂ BSc ਜਾਂ GNM ਕਰਨ ਤੋਂ ਬਾਅਦ ਕਈ ਵਾਰੀ ਕਿਤੇ ਕੰਮ ਨਹੀਂ ਕਰ ਰਹੇ ਹੁੰਦੇ, ਸੋ ਕੁਝ ਗੈਪ ਪੈ ਚੁੱਕਿਆ ਹੁੰਦਾ, ਕੰਮ ਨਹੀਂ ਕਰ ਰਹੇ, ਆਪਾਂ ਕਰਕੇ ਉਸ ਵਾਰ ਬੈਠ ਗਏ, ਤਾਂ
ਇੱਥੇ ਵੀ ਕਲੈਰਿਟੀ ਜ਼ਰੂਰ ਚਾਹੂੰਗੀ ਤਾਂ ਕਿ ਜਿਹੜੇ ਵੀ ਦਰਸ਼ਕ ਜੁੜੇ ਹੁੰਦੇ ਸਾਡੇ ਕੋਲ ਇਸ ਤਰ੍ਹਾਂ ਦੇ ਸਵਾਲ ਬਹੁਤ ਸਾਰੇ ਆਉਂਦੇ ਨੇ। ਸੋ ਕਿੰਨਾ ਕੁ ਐਕਟਿਵ ਹੋਣਾ ਜ਼ਰੂਰੀ ਹੈ ਪਰਸਨ ਦਾ ਜਿਸਨੇ ਅਪਲਾਈ ਕਰਨਾ ਹੈ ਉਸ ਦੀ ਲਾਈਨ ਦੇ ਵਿੱਚ ਜੀਐਨਐਮ ਤੋਂ ਬਾਅਦ, ਮੀਨਸ ਐਕਸਪੀਰੀਅੰਸ ਦੀ ਗੱਲ ਕਰ ਲੈਂਦੇ ਹਾਂ ਜਾਂ ਫਿਰ ਅਗਰ ਕੋਈ ਕੁਝ ਵੀ ਨਹੀਂ ਕਰ ਰਿਹਾ ਉਹਨਾਂ ਬਾਰੇ ਵੀ ਗੱਲ ਕਰ ਲਈਏ। Look, this level 7 course ਦੇ ਵਿੱਚ experience really does not matter, but ਜੀ gap explainable ਹੋਣਾ ਚਾਹੀਦਾ, because ultimately visa officer should be convinced ਜੀ ਕਿ they were sitting at home or particular reason ਇਹਨਾਂ ਨੇ ਨਹੀਂ ਕੀਤਾ। ਜੀ ਜਿਸ ਤਰ੍ਹਾਂ ਕਈ ਕੈਂਡੀਡੇਟਸ ਮਿਲਦੇ ਹੈਗੇ, they are applying trying to apply for government jobs, ਹਾਂਜੀ or they are trying to give entrance exams, ਓਕੇ so ਉਹਨਾਂ ਕੋਲ ਅਗਰ ਰੋਲ ਨੰਬਰਸ ਹੈਗੇ ਕਿ ਅਸੀਂ ਜੀ ਇਸ ਸਾਲ ਦੇ ਅੰਦਰ 3 ਐਗਜ਼ਾਮ ਦਿੱਤੇ ਹੈਗੇ and we were ਜੀ। preparing for it, ਜੀ that's perfectly all right। visa officer ਇਸ ਚੀਜ਼ ਨੂੰ ਸਮਝਦਾ ਹੈ। ਓਕੇ ਯੈਸ ਐਂਡ ਬਟ ਅਗਰ ਆਪਾਂ ਗੱਲ ਕरें ਕਿ ਜੀ 5 ਸਾਲ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਔਰ ਸ਼ੀ ਇਜ਼ ਅ ਹਾਊਸ ਵਾਈਫ, ਜੀ then of course it depends on the visa officer whether he is convinced whether visa grant ਦਿੰਦਾ ਨਹੀਂ ਦਿੰਦਾ, ਓਕੇ but ਜ਼ਿਆਦਾ ਗੈਪ ਲੰਬਾ ਗੈਪ ਹੋਏਗਾ ਥੋੜਾ ਵੀਜ਼ੇ 'ਚ ਡਿਫਿਕਲਟੀ ਆਏਗੀ। ਬਿਲਕੁਲ ਬਿਲਕੁਲ। ਸੋ ਇਹ ਪੁਆਇੰਟ ਅਕਸਰ ਸਾਡੇ ਕੋਲ ਪਹੁੰਚਦਾ ਰਹਿੰਦਾ ਸਵਾਲ ਦੇ ਤੌਰ ਤੇ ਤੇ ਛੋਟਾ ਜਿਹਾ ਸਰ ਅਪਡੇਟ, ਇੱਕ ਵਾਰੀ ਆਪਾਂ ਜੋ ਆਸਟ੍ਰੇਲੀਆ ਦੀ ਵੀ ਇੱਕ ਵੀਡੀਓ ਪਹਿਲਾਂ ਬਣਾਈ ਸੀ ਸਵਾਲ ਉਸ ਨੂੰ ਲੈ ਕੇ ਵੀ, ਨਰਸਿੰਗ ਨੂੰ ਲੈ ਕੇ, BSc ਨਰਸਿੰਗ ਕੀਤੀ 2 ਸਾਲ ਦਾ ਜਿਨ੍ਹਾਂ ਦਾ ਐਕਸਪੀਰੀਅੰਸ ਹੈ, ਘੱਟੋ ਘੱਟ 5.5 ਬੈਂਡ ਵੀ ਨੇ। ਸੋ ਸਕਿਲਡ ਵਰਕਰ ਦੇ ਤੌਰ ਤੇ ਜਿਹੜਾ 3 ਮਹੀਨੇ ਦਾ ਆਨਲਾਈਨ ਕੋਰਸ ਕਰਕੇ ਜਾ ਸਕਦੇ ਨੇ, ਉਹਦੇ ਲਈ ਥੋੜਾ ਜਿਹਾ ਮੈਂ ਚਾਹੂੰਗੀ ਅਪਡੇਟ ਜ਼ਰੂਰ ਦਿਓ ਸਰ। ਦੇਖੋ ਜਿਹੜਾ ਇਵਨ ਆਸਟ੍ਰੇਲੀਆ ਦੇ ਵਿੱਚ ਹੈ ਉਹ ਵੀ ਸੇਮ ਪ੍ਰੋਗਰਾਮ ਹੈਗਾ ਜੀ, ਸਟੱਡੀ ਵਰਕ ਐਂਡ ਲਿਵ ਟੈਕਨੀਕਲੀ। ਜੀ ਅਸੀਂ 3 ਮੰਥਸ ਦਾ ਕੋਰਸ ਆਨਲਾਈਨ ਕਰਦੇ ਹਾਂ with a particular college, and that college converts them, gets them employments, so ਉਹਦੇ ਵਿੱਚ ਸਾਨੂੰ BSc nursing with 2 years of experience ਚਾਹੀਦਾ। again they work as a caregiver, not as a nursing yes ਕਿਸੇ ਦਾ 6.5 band ਹੈ ਔਰ ਇੱਕ ਕਿਸੇ ਦਾ 7 band ਹੈ, ਇੱਕ 6.5 band ਹੈ, for them this college has a program from IQN to registered nurse ਦਾ ਪ੍ਰੋਗਰਾਮ ਹੈਗਾ ਜਿਸ ਦੇ ਵਿੱਚ ਉਹ ਉਹਨਾਂ ਨੂੰ ਹੈਲਪ ਕਰਦੇ ਹਨ ਟੂ ਅਪਗ੍ਰੇਡ देयर IELTS ਪ੍ਰੋਫੀਸੀ ਲੈਵਲ, ਜਾਂ 2-3 ਟੈਸਟ ਹੈਗੇ, ਨੈਕਲੈਕਸ ਵਾਲਾ ਦੇ ਟੈਸਟ ਹੈਗੇ, ਉਹ ਕਰਵਾ ਕੇ then they convert them into a nurse, they get them registered as a nurse, and then they can get it themselves permanent residency। so us college ਕੋਲ 2 programs ਹੈ, but they are preferring only BSc nursing, so they don't want GNM। so GNM ਦਾ ਜਿਹੜਾ ਸਾਡਾ ਕੋਈ ਇਛੁਕ ਹੈਗਾ ਟੂ ਜਾਣ ਨੂੰ even in Australia, the options is available, so GNM ਜਿਹਦੇ 7 band in each ਆ ਜਾਂਦੇ ਹੈਗੇ, they can go and study a 2 years conversion program with any of the universities, then they become registered as a nurse in Australia। ਜੀ ਬਿਲਕੁਲ, ਯਾਨੀ ਕਿ ਹਰ ਤਰ੍ਹਾਂ ਦੀ ਕੈਟਾਗਰੀ ਲਈ ਕਨੈਕਟ ਓਵਰਸੀਜ਼ ਕੋਲ ਢੇਰ ਸਾਰੀਆਂ ਆਪਸ਼ਨਸ ਨੇ। ਸਿਰਫ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਹੈ ਜਾਂ ਫਿਰ ਜੋ ਐਡਰੈਸ ਡਿਟੇਲਸ ਸ਼ੋ ਹੋ ਰਹੀਆਂ ਨੇ ਇੱਥੇ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਪਹੁੰਚਣਾ ਤਾਂ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਨੂੰ ਰਾਈਟ ਕੋਰਸ ਜੋ ਹੈ ਸੁਜੈਸਟ ਕੀਤਾ ਜਾਏ, ਰਾਈਟ ਰਸਤਾ ਤੁਹਾਨੂੰ ਸਮਝਾਇਆ ਜਾਏ ਤੇ ਉਸ ਦੇ ਉੱਪਰ ਚੱਲਦੇ ਹੋਏ ਤੁਸੀਂ ਆਪਣੀ ਫਿਊਚਰ ਨੂੰ ਜੋ ਹੈ ਵਧੀਆ ਬ੍ਰਾਈਟ ਕਰ ਸਕੋ। ਤੇ ਤੁਹਾਨੂੰ ਜਾਂਦੇ ਜਾਂਦੇ ਇੱਕ ਹੋਰ ਖਾਸ ਇਨਫੋਰਮੇਸ਼ਨ ਦੇਣੀ ਹੈ ਕਿ ਖਾਸ ਤੌਰ ਤੇ ਜੇਕਰ ਤੁਸੀਂ ਨਿਰਮਲ ਚਾਵਲਾ ਸਰ ਨੂੰ ਮਿਲਣਾ ਚਾਹੁੰਦੇ ਹੋ ਤਾਂ 14 ਮਾਰਚ ਨੂੰ ਅੰਮ੍ਰਿਤਸਰ, 17 ਮਾਰਚ ਨੂੰ ਕੈਥਲ ਅਤੇ 20 ਮਾਰਚ ਨੂੰ ਲਾਡਵਾ ਪਹੁੰਚ ਰਹੇ ਨੇ ਸਰ। ਤੁਸੀਂ ਜਿਹੜਾ ਨੰਬਰ ਹੈ ਇਸ ਉੱਪਰ ਅਪਾਇੰਟਮੈਂਟ ਲੈ ਕੇ ਸਰ ਨੂੰ ਮਿਲ ਸਕਦੇ ਹੋ। ਖਾਸ ਤੌਰ ਤੇ ਆਪਾਂ ਨਰਸਿੰਗ ਪ੍ਰੋਗਰਾਮਸ ਦੀ ਗੱਲ ਕਰੀਏ ਸੋ ਕੁਐਰੀਜ਼ ਬਹੁਤ ਰਹਿੰਦੀਆਂ, ਸਭ ਨੂੰ ਹੁੰਦਾ ਕਿ ਸਰ ਨੂੰ ਮਿਲਣਾ ਹੈ, ਸੋ ਖੁਦ ਸਰ ਇਸ ਕਰਕੇ ਅਲੱਗ-ਅਲੱਗ ਥਾਵਾਂ ਤੇ ਪਹੁੰਚ ਰਹੇ ਨੇ, ਅੰਮ੍ਰਿਤਸਰ, ਕੈਥਲ ਤੇ ਲਾਡਵਾ। ਸਰ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ, ਤੁਸੀਂ ਜਾ ਰਹੇ ਹੋ ਅਲੱਗ-ਅਲੱਗ ਥਾਵਾਂ ਤੇ, ਤੁਹਾਡੇ ਆਫਿਸਿਸ ਵੀ ਨੇ ਇੱਥੇ, ਸੋ ਸਾਰੇ ਚਾਹਵਾਨ ਜੋ ਹਮੇਸ਼ਾ ਚਾਹੁੰਦੇ ਨੇ ਕਿ ਤੁਹਾਨੂੰ ਹੀ ਡਾਇਰੈਕਟ ਮਿਲਿਆ ਜਾਏ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਡੈਫੀਨਿਟਲੀ ਜੀ, ਆਈ ਐਮ ਅਵੇਲੇਬਲ ਟੂ ਐਵਰੀ ਸਟੂਡੈਂਟ। ਮੇਰਾ ਪੈਸ਼ਨ ਹੈ ਕੈਰੀਅਰ ਕਾਉਂਸਲਿੰਗ ਦਾ। ਆਫ ਕੋਰਸ ਅਪਾਇੰਟਮੈਂਟ ਲੈ ਕੇ ਆ ਜਾਓ, ਮੈਂ ਚੰਡੀਗੜ੍ਹ ਆਫਿਸ ਤੇ ਅਵੇਲੇਬਲ ਹੁੰਦਾ ਹੀ ਹਾਂ ਦੀ ਐਂਟਾਇਰ ਵੀਕ, ਬਟ ਆਈ ਟਰੈਵਲ ਅਰਾਊਂਡ। ਸੋ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ, ਮੈਂ ਅੰਮ੍ਰਿਤਸਰ ਹਾਂ ਫॉर ਐਂਟਾਇਰ ਡੇ, ਸੋ ਐਨੀਬਡੀ ਇੰਟਰਸਟਿਡ ਇਨ ਅੰਮ੍ਰਿਤਸਰ ਸਾਈਡ ਦੇ ਕੈਨ ਕਮ ਐਂਡ ਮੀਟ ਮੀ ਦੇਅਰ। ਫਿਰ ਹਰਿਆਣਾ 'ਚ ਮੇਰਾ ਟੂਰ ਹੈਗਾ, ਹਾਲੀ ਹਰਿਆਣਾ 'ਚ ਹੋਰ ਵੀ ਟੂਰ ਮਾਰਨੇ ਮੈਂ, ਸੋ ਇਹ ਮੇਰੇ ਟੂਰਸ ਚੱਲਦੇ ਰਹਿੰਦੇ ਹੈਗੇ। ਸੋ ਇਸ ਜਿਹੜਾ ਨੰਬਰ ਡਿਸਪਲੇਡ ਹੈ ਉਸਦੇ ਤੇ ਕਦੇ ਵੀ ਚੈੱਕ ਕਰ ਲਓ। ਸੋ ਆਈ ਐਮ ਐਟ ਡਿਫਰੈਂਟ ਲੋਕੇਸ਼ਨਸ ਟਾਈਮ ਟੂ ਟਾਈਮ। ਜੀ ਬਿਲਕੁਲ। ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ, 14 ਮਾਰਚ ਨੂੰ ਅੰਮ੍ਰਿਤਸਰ, 17 ਮਾਰਚ ਨੂੰ ਕੈਥਲ ਤੇ 20 ਮਾਰਚ ਨੂੰ ਲਾਡਵਾ ਸਰ ਮਿਲ ਸਕਦੇ ਨੇ। ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਪਹੁੰਚਣਾ ਹੈ ਤਾਂ ਕਿ ਤੁਹਾਡਾ ਵੀ ਟਾਈਮ ਵੇਸਟ ਨਾ ਹੋਵੇ ਤੇ ਬੜੇ ਵਧੀਆ ਢੰਗ ਦੇ ਨਾਲ ਤੁਹਾਡੀ ਸਰ ਨਾਲ ਮੁਲਾਕਾਤ ਹੋ ਸਕੇ ਤੇ ਤੁਸੀਂ ਆਪਣੇ ਫਿਊਚਰ ਨੂੰ ਲੈ ਕੇ ਜੋ ਵੀ ਕਾਉਂਸਲਿੰਗ ਸਰ ਤੋਂ ਗਾਈਡੈਂਸ ਜੋ ਵੀ ਲੈਣਾ ਚਾਹੁੰਦੇ ਹੋ ਟਾਈਮਲੀ ਤੁਹਾਨੂੰ ਸਹੀ ਢੰਗ ਨਾਲ ਮਿਲ ਸਕੇ। ਸੋ ਸਰ ਬਹੁਤ ਵਧੀਆ ਲੱਗਿਆ, ਤੁਸੀਂ ਇੱਕ ਵਾਰ ਫਿਰ ਤੋਂ ਜੋ ਹੈ ਨਰਸਿਸ ਲਈ ਜੋ ਹੈ ਵਧੀਆ ਪ੍ਰੋਗਰਾਮ ਲੈ ਕੇ ਆਏ। ਹਰ ਵਾਰੀ ਤੁਸੀਂ ਕੁਝ ਨਾ ਕੁਝ ਰਿਸਰਚ ਕਰਕੇ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹੋ ਤੇ ਬਹੁਤ ਬਹੁਤ ਥੈਂਕਸ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਤੇ ਇਸ ਦੇ ਨਾਲ ਹੀ ਮੈਨੂੰ ਵੀ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।